ਦਾ ਮਤਲਬ। ਸ਼ਨੀਵਾਰ ਦਾ ਦਿਨ ਸੀ। ਅੱਜ ਹੋਲੀ ਹੋਣ ਕਰਕੇ ਸਕੂਲ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ। ਸਵੇਰੇ ਸਵੇਰੇ ਬੱਲੂ ਮਨੋਜ ਦੇ ਘਰ ਆਇਆ। ਉਸ ਨਾਲ ਕੁਝ ਗੱਲਾਂ ਕੀਤੀਆਂ, ਫਿਰ ਦੋਵੇਂ ਪਾਰਕ ਵਿੱਚ ਆ ਗਏ। ਮਨੋਜ ਨੇ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਬੱਲੂ ਨੂੰ ਦੇ ਦਿੱਤੇ। ਬੱਲੂ ਨੇ ਇਹਨਾਂ ਪੈਸਿਆਂ ਨਾਲ ਆਪਣੇ ਮੁਹੱਲੇ ਦੀ ਇੱਕ ਦੁਕਾਨ ਤੋਂ ਪੋਲੀਥੀਨ ਦੇ ਲਿਫਾਫੇ ਖਰੀਦਨੇ ਸਨ। ਬੱਲੂ ਤੇ ਮਨੋਜ ਦੇ ਦੋਸਤਾਂ ਨੇ ਹੋਲੀ ਤੋਂ ਕਈ ਦਿਨ ਪਹਿਲਾਂ ਹੀ ਰੰਗ ਬਰੰਗੀਆਂ ਪਿਚਕਾਰੀਆਂ ਖਰੀਦ ਲਈਆਂ ਸਨ। ਸੋਨੂ ਨੇ ਪੂਰੇ 100 ਛੋਟੇ-ਛੋਟੇ ਗੁਬਾਰੇ ਖਰੀਦ ਕੇ ਉਹਨਾਂ ਵਿੱਚ ਪਾਣੀ ਭਰ ਰੱਖਿਆ ਸੀ। ਬੰਟੀ ਆਪਣੀ ਚਾਚਾ ਜੀ ਨਾਲ ਮਿਲ ਕੇ ਬਾਜ਼ਾਰੋਂ ਵੱਖ-ਵੱਖ ਰੰਗ ਅਲੱਗ-ਅਲੱਗ ਲਿਫਾਫਿਆਂ ਵਿੱਚ ਪਵਾ ਕੇ ਲਿਆਇਆ ਸੀ। ਪੰਕਜ ਗਨ ਵਾਲੀ ਪਿਚਕਾਰੀ ਲੈ ਆਇਆ ਸੀ। ਪਿੰਕੀ ਕਹਿ ਰਹੀ ਸੀ, ਇਸ ਵਾਰ ਤਾਨੀਆ ਨੂੰ ਰੰਗਾਂ ਨਾਲ ਅਜਿਹਾ ਨੁਹਾਵਾਂਗੀ ਕਿ ਯਾਦ ਰੱਖੇਗੀ, ਕਿਉਂਕਿ ਪਿਛਲੇ ਸਾਲ ਪਿੱਛੋਂ ਹੌਲੀ ਜਿਹੀ ਆ ਕੇ ਉਸਨੇ ਮੇਰੇ ਉੱਪਰ ਪਾਣੀ ਦੀ ਬਾਲਟੀ ਪਾ ਦਿੱਤੀ ਸੀ। ਬੱਲੂ ਤੇ ਮਨੋਜ ਨੂੰ ਇਕੱਠੇ ਆਉਂਦਾ ਵੇਖ ਕੇ ਸੁਰੇਸ਼ ਚਾਚਾ ਜੀ ਨੇ ਉਹਨਾਂ ਨੂੰ ਪੁੱਛਿਆ, ਬੱਚਿਓ, ਇਸ ਵਾਰੀ ਤੁਸੀਂ ਕੋਈ ਪਿਚਕਾਰੀ ਤੇ ਰੰਗ ਵਗੈਰਾ ਨਹੀਂ ਖਰੀਦੇ? ਪਿਛਲੇ ਸਾਲ ਤਾਂ ਤੁਸੀਂ ਖੂਬ ਹੱਲਾ ਗੁੱਲਾ ਮਚਾਇਆ ਸੀ। ਚਾਚਾ ਜੀ, ਇਸ ਵਾਰੀ ਅਸੀਂ ਪੋਲੀਥੀਨ ਹੋਲੀ ਖੇਡਾਂਗੇ। ਪੋਲੀਥੀਨ ਹੋਲੀ? ਉਹ ਕਿਹੜੀ ਹੋਲੀ ਹੁੰਦੀ ਹੈ? ਚਾਚਾ ਜੀ ਨੇ ਕੁਝ ਹੈਰਾਨੀ ਨਾਲ ਪੁੱਛਿਆ। ਬੱਲੂ ਨੇ ਕਿਹਾ, ਚਾਚਾ ਜੀ, ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗੇਗਾ। ਤੇ ਫਿਰ ਦੋਵੇਂ ਦੋਸਤ ਠਹਾਕੇ ਮਾਰਦੇ ਹੋਏ ਬਾਹਰ ਨੂੰ ਚਲੇ ਗਏ। ਰਾਤ ਨੂੰ ਸੌਣ ਵੇਲੇ ਵੀ ਬੱਲੂ ਦੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਕਿਆਸਰਾਈਆਂ ਚੱਲ ਰਹੀਆਂ ਸਨ। ਮਾਂ ਆਪਣੇ ਬੱਚਿਆਂ ਦੇ ਦਿਲ ਦੀ ਗੱਲ ਪਹਿਲਾਂ ਹੀ ਬੁੱਝ ਲੈਂਦੀ ਹੈ। ਬੱਲੂ ਦੀ ਮੰਮੀ ਨੇ ਉਸ ਨੂੰ ਇਕੱਲਿਆਂ ਹੀ ਮੁਸਕਰਾਉਂਦੇ ਹੋਏ ਵੇਖ ਕੇ ਪੁੱਛਿਆ, ਲੱਗਦਾ ਅੱਜ ਕੋਈ ਖਾਸ ਗੱਲ ਹੈ? ਬੱਲੂ ਦੀ ਜਿਵੇਂ ਚੋਰੀ ਫੜੀ ਗਈ ਹੋਵੇ। ਉਹ ਬੋਲਿਆ, ਨਹੀਂ ਮੰਮੀ ਜੀ, ਕੋਈ ਖਾਸ ਗੱਲ ਨਹੀਂ। ਮੰਮੀ ਮੁਸਕਰਾ ਪਈ, ਬੋਲੇ, ਬੇਟਾ ਜੀ, ਜਿਹੜੀਆਂ ਤੇਰੇ ਢਿੱਡ ਵਿੱਚ ਨੇ ਉਹ ਮੇਰੇ ਨੌਹਾਂ ਵਿੱਚ ਨੇ। ਵੇਖੀ, ਕੋਈ ਸ਼ਰਾਰਤ ਨਾ ਕਰੀ। ਲੇਟੇ ਹੋਏ ਬੱਲੂ ਨੇ ਮੂੰਹ ਪਰਾਂ ਨੂੰ ਕਰ ਲਿਆ। ਆਖਿਰ ਉਡੀਕ ਦੀਆਂ ਘੜੀਆਂ ਖਤਮ ਹੋਈਆਂ। ਸਵੇਰ ਹੁੰਦਿਆਂ ਸਾਰ ਹੀ ਗਲੀ ਮੁਹੱਲੇ ਦੇ ਬੱਚੇ ਪਿਚਕਾਰੀਆਂ ਲੈ ਕੇ ਨਿਕਲ ਪਏ। ਇੱਕ ਦੂਜੇ ਤੇ ਪਿਚਕਾਰੀਆਂ ਵਿੱਚੋਂ ਰੰਗ ਪਾਉਂਦੇ ਹੋਏ ਉਦੜ ਧਮੀ ਮਚਾਉਣ ਲੱਗ ਪਏ। ਆਪਣੀ ਵਿਉਂਤ ਅਨੁਸਾਰ ਬੱਲੂ ਤੇ ਮਨੋਜ ਪੋਲੀਥੀਨ ਦਾ ਇੱਕ ਵੱਡਾ ਲਿਫਾਫਾ ਲੈ ਕੇ ਧਰਮਸ਼ਾਲਾ ਦੀ ਛੱਤ ਤੇ ਜਾ ਚੜੇ। ਦੋਹਾਂ ਨੇ ਇਸ ਬਾਰੇ ਕਿਸੇ ਨੂੰ ਸੂ ਨਾ ਲੱਗਣ ਦਿੱਤੀ। ਪੋਲੀਥੀਨ ਦੇ ਉਸ ਵੱਡੇ ਲਿਫਾਫੇ ਵਿੱਚ 20-25 ਛੋਟੇ-ਛੋਟੇ ਲਿਫਾਫੇ ਸਨ, ਜਿਨ੍ਹਾਂ ਵਿੱਚ ਗੰਦਾ ਪਾਣੀ ਭਰਿਆ ਹੋਇਆ ਸੀ। ਓਏ ਮਨੋਜ, ਉਹ ਵੇਖ, ਬਲਰਾਜ ਦਾ ਬੁੱਢਾ ਦਾਦਾ ਆ ਰਿਹਾ। ਉਸ ਨੂੰ ਦਿਖਾਈ ਵੀ ਘੱਟ ਦਿੰਦਾ ਹੈ। ਹੋ ਜਾ ਤਿਆਰ, ਆ ਗਿਆ ਸ਼ਿਕਾਰ। ਮਨੋਜ ਬੋਲਿਆ, ਉਸ ਉੱਪਰ ਪਹਿਲਾ ਲਿਫਾਫਾ ਮੈਂ ਸੁੱਟਾਂਗਾ। ਤੇ ਬੱਲੂ ਬੋਲਿਆ, ਨਹੀਂ ਮੈਂ। ਮਨੋਜ ਬੋਲਿਆ, ਨਹੀਂ ਮੈਂ। ਦੋਵੇਂ ਆਪਸ ਵਿੱਚ ਬਹਿਸ ਕਰਨ ਲੱਗ ਪਏ। ਫੈਸਲਾ ਹੋਇਆ ਕਿ ਦੋਵੇਂ ਹੀ ਗੰਦੇ ਪਾਣੀ ਨਾਲ ਭਰੇ ਲਿਫਾਫੇ ਉਹਨਾਂ ਉੱਪਰ ਸੁੱਟਣਗੇ। ਜਦੋਂ ਬਲਰਾਜ ਤੇ ਦਾਦਾ ਜੀ ਗਲੀ ਵਿੱਚੋਂ ਲੰਘਣ ਲੱਗੇ ਤਾਂ ਉਹਨਾਂ ਤੇ ਦੋਹਾਂ ਦੋਸਤਾਂ ਨੇ ਨਿਸ਼ਾਨਾ ਬੰਨ ਕੇ ਗੰਦੇ ਪਾਣੀ ਦੇ ਭਰੇ ਹੋਏ ਪੋਲੀਥੀਨ ਦੇ 2 ਲਿਫਾਫੇ ਸੁੱਟੇ। ਲਿਫਾਫੇ ਸਿਰ ਤੇ ਵੱਜਣ ਸਾਰ ਹੀ ਲਿਫਾਫਿਆਂ ਵਿੱਚੋਂ ਗੰਦਾ ਪਾਣੀ ਉਹਨਾਂ ਦੇ ਸਰੀਰ ਉੱਪਰ ਖਿੰਡ ਗਿਆ। ਬਲਰਾਜ ਤੇ ਦਾਦਾ ਜੀ ਇੱਕਦਮ ਘਬਰਾ ਗਏ ਅਤੇ ਆਪਣੇ ਉੱਪਰ ਗੰਦਾ ਪਾਣੀ ਸੁੱਟਣ ਵਾਲਿਆਂ ਨੂੰ ਅਬਾ ਤਬਾ ਬੋਲਦੇ ਹੋਏ ਲੱਭਣ ਲੱਗੇ। ਦੋਵੇਂ ਦੋਸਤ ਆਪਣਾ ਹਾਸਾ ਬੜੀ ਮੁਸ਼ਕਿਲ ਨਾਲ ਛੁਪਾਉਂਦੇ ਹੋਏ ਇੱਧਰ ਉੱਧਰ ਲੁਕ ਗਏ। ਬਲਰਾਜ ਤੇ ਦਾਦਾ ਜੀ ਦੇ ਚਲੇ ਜਾਣ ਤੋਂ ਬਾਅਦ ਦੋਵੇਂ ਦੋਸਤ ਫਿਰ ਹੌਲੀ ਜਿਹੀ ਗਲੀ ਵਿੱਚ ਵੇਖਣ ਲੱਗੇ। ਇੰਨੇ ਨੂੰ ਚੰਦੂ ਸਬਜ਼ੀ ਵਾਲਾ ਆਪਣੀ ਰੇੜੀ ਲੈ ਕੇ ਆਉਂਦਾ ਦਿਖਾਈ ਦਿੱਤਾ। ਓਏ, ਉਹ ਵੇਖ, ਚੰਦੂ ਆ ਰਿਹਾ, ਬੱਲੂ ਨੇ ਕਿਹਾ। ਤੇ ਫਿਰ ਦੋਹਾਂ ਨੇ ਰਲ ਕੇ ਚੰਦੂ ਨਾਲ ਵੀ ਉਹੀ ਕੁਝ ਕੀਤਾ ਜਿਹੜਾ ਬਲਰਾਜ ਦੇ ਦਾਦਾ ਜੀ ਨਾਲ ਕੀਤਾ ਸੀ। ਦੋਵੇਂ ਫਿਰ ਲੁਕ ਗਏ। ਚੰਦੂ ਵੀ ਗੁੱਸੇ ਵਿੱਚ ਆ ਕੇ ਆਪਣੇ ਉੱਪਰ ਗੰਦਾ ਪਾਣੀ ਸੁੱਟਣ ਵਾਲਿਆਂ ਨੂੰ ਬੁਰਾ ਭਲਾ ਬੋਲਦਾ ਰਿਹਾ। ਕੁਝ ਦੇਰ ਬਾਅਦ ਜਦੋਂ ਉਹਨਾਂ ਦੇ ਕੁਝ ਜਮਾਤੀ ਹੋਲੀ ਮਨਾਉਂਦੇ ਹੋਏ ਗਲੀ ਵਿੱਚੋਂ ਲੰਘਣ ਲੱਗੇ ਤਾਂ ਦੋਹਾਂ ਨੇ ਤਾੜ-ਤਾੜ ਗੰਦੇ ਪਾਣੀ ਦੇ ਲਿਫਾਫੇ ਕੱਢ-ਕੱਢ ਕੇ ਉਹਨਾਂ ਦੇ ਸਿਰਾਂ ਤੇ ਸੁੱਟਣੇ ਸ਼ੁਰੂ ਕਰ ਦਿੱਤੇ ਤੇ ਰੌਲਾ ਪਾਉਣ ਲੱਗੇ, ਹੋਲੀ ਹੈ ਬਈ, ਹੋਲੀ ਹੈ। ਕਈਆਂ ਦੇ ਸਿਰ ਗੰਦੇ ਪਾਣੀ ਨਾਲ ਗੰਦੇ ਹੋ ਗਏ। ਅਚਾਨਕ ਦੋਹਾਂ ਦੋਸਤਾਂ ਦੇ ਕਿਸੇ ਨੇ ਜ਼ੋਰ ਨਾਲ ਕੰਨ ਆ ਫੜੇ। ਉਹਨਾਂ ਦਾ ਉੱਪਰ ਵਾਲਾ ਸਾਹ ਉੱਪਰ ਤੇ ਹੇਠਾਂ ਵਾਲਾ ਹੇਠਾਂ ਰਹਿ ਗਿਆ। ਬਦਮਾਸ਼ੋ, ਇਹ ਤੁਹਾਡੀ ਹੋਲੀ, ਚਲੋ ਤੁਹਾਡੇ ਘਰਦਿਆਂ ਕੋਲ ਲੈ ਕੇ ਚੱਲਦੀ ਆਂ। ਇਹ ਆਵਾਜ਼ ਕਿਸੇ ਲੜਕੀ ਦੀ ਸੀ। ਦੋਹਾਂ ਨੇ ਵੇਖਿਆ, ਇਹ ਰਮਾ ਦੀਦੀ ਸੀ। ਰਮਾ ਬਲਰਾਜ ਦੀ ਭੈਣ ਸੀ।
ਜਦੋਂ ਘਰ ਆਏ ਦਾਦਾ ਜੀ ਕੋਲੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਧਰਮਸ਼ਾਲਾ ਕੋਲ ਕਿਸੇ ਨੇ ਉਹਨਾਂ ਦੇ ਦਾਦਾ ਜੀ ਉੱਪਰ ਗੰਦੇ ਪਾਣੀ ਦੇ ਭਰੇ ਲਿਫਾਫੇ ਸੁੱਟੇ ਹਨ ਤਾਂ ਰਮਨ ਨੂੰ ਗੁੱਸਾ ਆ ਗਿਆ। ਉਹ ਫੌਰਨ ਉੱਥੇ ਆ ਕੇ ਸਾਰੀ ਹਾਲਤ ਨੂੰ ਚੁੱਪ-ਚਪੀਤੇ ਵੇਖਣ ਲੱਗੀ। ਆਖਰ ਉਸ ਨੂੰ ਪਤਾ ਲੱਗ ਹੀ ਗਿਆ ਕਿ ਇਹ ਸ਼ਰਾਰਤ ਕਰਨ ਵਾਲੇ ਕੌਣ ਸਨ। ਉਹਨਾਂ ਨੂੰ ਰਮਾ ਨੇ ਧਰਮਸ਼ਾਲਾ ਦੀਆਂ ਪੌੜੀਆਂ ਚੜ ਕੇ ਪਿੱਛੋਂ ਰੰਗੇ ਹੱਥੀ ਆਦ ਬੋਚਿਆ ਸੀ। ਡਰ ਨਾਲ ਦੋਹਾਂ ਦੀ ਘਿੱਗੀ ਵੱਜ ਗਈ। ਦੀਦੀ ਸਾਨੂੰ ਮਾਫ ਕਰ ਦਿਓ, ਸਾਨੂੰ ਸਾਡੇ ਘਰ ਨਾ ਲੈ ਕੇ ਜਾਓ, ਸਾਨੂੰ ਬੜੀ ਮਾਰ ਪਏਗੀ। ਦੋਵੇਂ ਤਰਲੇ ਪਾਉਣ ਲੱਗੇ। ਨਹੀਂ, ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ। ਰਮਾ ਦੀਦੀ ਉਹਨਾਂ ਨੂੰ ਧਰਮਸ਼ਾਲਾ ਦੀ ਛੱਤ ਉੱਤੋਂ ਉਤਾਰ ਲਿਆਈ। ਨਾਲ ਹੀ ਗੰਦੇ ਪਾਣੀ ਦੇ ਛੋਟੇ ਲਿਫਾਫਿਆਂ ਨਾਲ ਭਰਿਆ ਪੋਲੀਥੀਨ ਦਾ ਵੱਡਾ ਲਿਫਾਫਾ ਵੀ ਸੀ। ਇੰਨੇ ਨੂੰ ਉੱਥੇ ਹੋਰ ਲੋਕ ਵੀ ਇਕੱਠੇ ਹੋ ਗਏ। ਚੰਦੂ ਵੀ ਇਹਨਾਂ ਲੋਕਾਂ ਵਿੱਚ ਸ਼ਾਮਿਲ ਸੀ। ਚੰਦੂ ਬੱਚਿਆਂ ਨੂੰ ਪਿਆਰ ਕਰਨ ਵਾਲਾ ਆਦਮੀ ਸੀ। ਬੱਚਿਆਂ ਨੂੰ ਗਿੜਗਿੜਾਉਂਦਿਆਂ ਵੇਖ ਕੇ ਉਸ ਨੂੰ ਤਰਸ ਆ ਗਿਆ। ਉਸਨੇ ਰਮਾ ਦੀਦੀ ਨਾਲ ਕਾਨਾਫੂਸੀ ਕੀਤੀ। ਇਹਨਾਂ ਬੇਵਕੂਫ ਬੱਚਿਆਂ ਨੂੰ ਅਜਿਹੀ ਸ਼ਰਾਰਤ ਨਹੀਂ ਸੀ ਕਰਨੀ ਚਾਹੀਦੀ। ਫਿਰ ਵੀ ਹੋਲੀ ਦਾ ਤਿਉਹਾਰ ਹੈ, ਇਹਨਾਂ ਨੂੰ ਅੱਗੋਂ ਲਈ ਖਬਰਦਾਰ ਕਰਕੇ ਮਾਫ ਕਰ ਦੇਣਾ ਚਾਹੀਦਾ ਹੈ। ਹੁਣ ਤੱਕ ਰਮਾ ਦੀਦੀ ਦਾ ਗੁੱਸਾ ਵੀ ਕੁਝ ਸ਼ਾਂਤ ਹੋ ਗਿਆ ਸੀ। ਥੋੜੀ ਦੇਰ ਬਾਅਦ ਸੁਰੇਸ਼ ਚਾਚਾ ਜੀ ਵੀ ਉੱਥੇ ਆ ਗਏ। ਜਦੋਂ ਉਹਨਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਕੰਨ ਫੜ ਲਏ ਤੇ ਕਿਹਾ, ਇਹਨੂੰ ਕਹਿੰਦੇ ਸੀ ਤੁਸੀਂ ਆਪਣੀ ਪੋਲੀਥੀਨ ਹੋਲੀ, ਕੱਢੋ ਜ਼ਮੀਨ ਤੇ ਨੱਕ ਨਾਲ 7-7 ਲਕੀਰਾਂ। ਦੋਵਾਂ ਨੇ ਲਕੀਰਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਚੰਦੂ ਅੰਕਲ ਉਹਨਾਂ ਨੂੰ ਪਿਆਰ ਨਾਲ ਸਮਝਾਉਣ ਲੱਗੇ, ਬੱਚਿਓ, ਹੋਲੀ ਦਾ ਮਤਲਬ ਰੰਗਾਂ ਨਾਲ ਹੋਲੀ ਖੇਡਣਾ ਤੇ ਇੱਕ ਦੂਜੇ ਨੂੰ ਵਧਾਈਆਂ ਦੇਣਾ ਹੁੰਦਾ ਹੈ। ਕਿ ਅਜਿਹੇ ਗੰਦੇ ਢੰਗ ਅਪਣਾ ਕੇ ਹੋਲੀ ਮਨਾਉਣ ਨਾਲ ਵੀ ਆਪਸੀ ਪਿਆਰ ਵੱਧ ਸਕਦਾ ਹੈ? ਇਸ ਤਰ੍ਹਾਂ ਤਾਂ ਲੜਾਈ ਝਗੜੇ ਹੁੰਦੇ ਨੇ। ਦੋਹਾਂ ਨੇ ਕੰਨ ਫੜ ਲਏ। ਅੰਕਲ ਜੀ, ਸਾਡੀ ਹੋਲੀ ਅੱਗੇ ਤੋਂ ਕਦੇ ਵੀ ਅਜਿਹੀ ਨਹੀਂ ਹੋਵੇਗੀ। ਫਿਰ ਉੱਥੇ ਕਿਸੇ ਨੇ ਆ ਕੇ ਦੱਸਿਆ ਕਿ ਅੱਜ ਸ਼ਹਿਰ ਵਿੱਚ ਅਲੱਗ-ਅਲੱਗ ਮੁਹੱਲਿਆਂ ਦੇ ਪਾਰਕਾਂ ਵਿੱਚ ਪੌਦੇ ਲਾ ਕੇ ਹੋਲੀ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਇਹ ਸੁਣ ਕੇ ਬੱਲੂ ਤੇ ਮਨੋਜ ਬੋਲੇ, ਅਸੀਂ ਵੀ ਪੌਦੇ ਲਾ ਕੇ ਹੋਲੀ ਮਨਾਵਾਂਗੇ। ਸ਼ਾਬਾਸ਼, ਸਾਨੂੰ ਅੱਗੇ ਤੋਂ ਵੀ ਤੁਹਾਡੇ ਵੱਲੋਂ ਨੇਕ ਕੰਮ ਕਰਨ ਦੀ ਉਮੀਦ ਹੋਵੇਗੀ। ਪਰ ਜਾਣ ਤੋਂ ਪਹਿਲਾਂ ਮੇਰੇ ਕੋਲੋਂ ਹੋਲੀ ਦਾ ਟਿੱਕਾ ਤਾਂ ਲਵਾ ਲਓ। ਇਹ ਆਖ ਕੇ ਚੰਦੂ ਨੇ ਆਪਣੀ ਸਬਜ਼ੀ ਵਾਲੀ ਰੇੜੀ ਵਿੱਚ ਪਏ ਰੰਗ ਦੇ ਇੱਕ ਲਿਫਾਫੇ ਵਿੱਚੋਂ ਚੁਟਕੀ ਭਰ ਕੇ ਦੋਹਾਂ ਦੋਸਤਾਂ ਦੇ ਇੱਕ-ਇੱਕ ਟਿੱਕਾ ਲਾ ਦਿੱਤਾ ਤੇ ਰੇੜੀ ਲੈ ਕੇ ਅੱਗੇ ਰਵਾਨਾ ਹੋ ਗਿਆ। ਭੀੜ ਖਿੰਡ ਗਈ। ਬੱਲੂ ਤੇ ਮਨੋਜ ਨੇ ਨਾ ਕੇਵਲ ਆਪਣੇ ਹੀ ਸਗੋਂ ਆਸ-ਪਾਸ ਦੇ ਮੁਹੱਲਿਆਂ ਵਿੱਚ ਖੂਬ ਪੌਦੇ ਲਗਾਏ। ਨਾਲ ਹੀ ਉਹਨਾਂ ਨੇ ਬਾਗਬਾਨੀ ਵਿਭਾਗ ਵੱਲੋਂ ਪੌਦੇ ਲੈ ਕੇ ਆਉਣ ਵਾਲੇ ਕਰਮਚਾਰੀਆਂ ਨੂੰ ਕਿਹਾ, ਅੰਕਲ ਜੀ, ਜਿਹੜੇ ਪੌਦੇ ਅੱਜ ਅਸੀਂ ਲਾਏ ਨੇ ਉਹਨਾਂ ਦੀ ਸਾਂਭ ਸੰਭਾਲ ਵੀ ਅਸੀਂ ਆਪ ਕਰਿਆ ਕਰਾਂਗੇ। ਇਹ ਸੁਣ ਕੇ ਇੱਕ ਅਫਸਰ ਨੇ ਕਿਹਾ, ਬਹੁਤ ਵਧੀਆ ਬੱਚਿਓ, ਹੋਲੀ ਦਾ ਮਕਸਦ ਇੱਕ ਦੂਜੇ ਉੱਪਰ ਕਾਲਾ ਤੇਲ, ਚਿੱਕੜ ਜਾਂ ਕਾਲਖ ਮਲ ਕੇ ਸਮਾਜ ਵਿੱਚ ਪਰੇਸ਼ਾਨੀ ਪੈਦਾ ਕਰਨਾ ਨਹੀਂ ਹੁੰਦਾ, ਸਗੋਂ ਇਸ ਦਾ ਅਸਲ ਸੁਨੇਹਾ ਇਹ ਹੈ ਕਿ ਅਸੀਂ ਇਸ ਦਿਨ ਸਮਾਜ ਵਾਸਤੇ ਕੋਈ ਚੰਗਾ ਕੰਮ ਕਰਨ ਦਾ ਪ੍ਰਣ ਕਰੀਏ। ਜੇ ਅਸੀਂ ਕੋਈ ਨਾ ਕੋਈ ਕੰਮ ਕਰਨ ਦਾ ਦ੍ਰਿੜ ਨਿਸ਼ਚਾ ਕਰ ਲਿਆ ਹੈ ਤਾਂ ਅਸੀਂ ਸਮਝਾਂਗੇ ਕਿ ਹੋਲੀ ਦਾ ਤਿਉਹਾਰ ਹੋਰ ਵੀ ਮਾਣਨਯੋਗ ਬਣ ਗਿਆ ਹੈ। ਦੁਪਹਿਰ ਤੋਂ ਬਾਅਦ ਇੱਕ ਛੋਟਾ ਜਿਹਾ ਸਮਾਗਮ ਰੱਖਿਆ ਗਿਆ। ਸਾਰੇ ਬੱਚੇ ਇੱਕ ਦੂਜੇ ਦੀਆਂ ਗੱਲਾਂ ਤੇ ਗੁਲਾਲ ਮਲਦੇ ਹੋਏ ਆਖ ਰਹੇ ਸਨ, ਹੋਲੀ ਮੁਬਾਰਕ, ਹੋਲੀ ਮੁਬਾਰਕ।